13 फरवरी 1930। प्यारे जीओ, तुसां दा खत ਅੰਮ੍ਰਿਤਸਰੋਂ ਹੋ ਕੇ ਇੱਥੇ ਪੁੱਜਾ ਹੈ। ਕਾਕੀ ਗੁਰਬਚਨ ਕੌਰ ਦੇ ਅਕਾਲ ਚਲਾਣੇ ਦੀ ਖਬਰ ਵਾਚੀ ਹੈ। ਮੈਂ ਅੰਮ੍ਰਿਤਸਰ ਹੁੰਦਿਆਂ ਬੀਬੀ ਦੀ ਬਿਮਾਰੀ ਦੀ ਕੋਈ ਖਬਰ ਨਹੀਂ ਸੁਣੀ। ਅੱਜ ਅਚਾਨਕ ਹੀ ਆਪ ਦੇ ਪੱਤਰ ਤੋਂ ਇਹ ਅਫਸੋਸਨਾਕ ਖਬਰ ਪਹੁੰਚੀ ਹੈ। ਸਤਿਗੁਰੂ ਨਾਨਕ ਦੇਵ ਨੇ 4 ਦੁੱਖ ਅਸਲ ਦੁੱਖ ਗਿਣੇ ਹਨ। ਇਹਨਾਂ ਵਿੱਚੋਂ ਇੱਕ ਦੁੱਖ ਵਿਛੋੜਾ ਹੈ। ਵਿਛੋੜਾ ਕਈ ਰੰਗਾਂ ਵਿੱਚ ਇਨਸਾਨ ਦੇ ਤਜਰਬੇ ਵਿੱਚ ਆਉਂਦਾ ਹੈ, ਪਰੰਤੂ ਔਲਾਦ ਵਿੱਚੋਂ ਕਿਸੇ ਦਾ ਵਿਛੋੜਾ ਬੜੀਆਂ ਕੋਮਲ ਦਿਲ ਤਰਬਾਂ ਨੂੰ ਹਿਲਾਉਂਦਾ ਹੈ। ਮਿੱਤਰ, ਸੱਜਣ, ਸੰਬੰਧੀ, ਭਲਾ ਲੋਚਣ ਵਾਲੇ ਫਿਰ ਕਈ ਇੱਕ ਨੁਕਤਿਆਂ ਤੋਂ ਸਮਝੌਤੀਆਂ ਦਿੰਦੇ ਹਨ ਕਿ ਵਿਛੜੇ ਦਿਲਾਂ ਨੂੰ ਨਵੇਂ ਲੱਗੇ ਜ਼ਖਮ ਦੀ ਪੀੜਾ ਤੁਰਤ ਫੁਰਤ ਮਿਟ ਜਾਵੇ, ਪਰ ਥੋੜੇ ਚਿਰ ਲਈ ਕੁਝ ਠੰਡ ਜਿਹੀ ਭਾਸ ਕੇ ਫਿਰ ਉਹ ਦਿਲ ਪੀੜਾ ਛਿੜ ਪੈਂਦੀ ਹੈ। ਕਾਰਨ ਇਹ ਹੁੰਦਾ ਹੈ ਕਿ ਘਾਉ ਕਿਸੇ ਹੋਰ ਥਾਂ ਤੇ ਲੱਗਦਾ ਹੈ ਤੇ ਦਾਰੂ ਉਸ ਤੋਂ ਉਰੇ ਪਹੁੰਚਦਾ ਹੈ। ਉੱਥੇ ਦਾਰੂ ਦੇ ਪਹੁੰਚਣ ਵਿੱਚ ਸਮਾਂ ਲੱਗਦਾ ਹੈ, ਪਰੰਤੂ ਚਾਹੇ ਪਰਸਪਰ ਸਮਝਾਉਣਾ ਤਤਫਟ ਪੱਕਾ ਅਸਰ ਕਰਨ ਵਾਲਾ ਸਦੀਵ ਨਹੀਂ ਹੁੰਦਾ, ਪਰ ਤਦ ਵੀ ਇਨਸਾਨ ਦਾ ਇਨਸਾਨ ਨਾਲ ਪੀੜਾ ਵੰਡਣ, ਠੰਡ ਪੁਜਾਣ ਤੇ ਰਾਹਤ ਦੇਣ ਲੈਣ ਦਾ ਵਸੀਲਾ ਵੀ ਸਿਵਾ ਲਿਖੀ ਜਾਂ ਬੋਲੀ ਜਾਣ ਵਾਲੀ ਸਮਝੌਤੀ ਤੇ ਖਿਆਲ ਵਟਾਂਦਰੇ ਹੋਰ ਕੁਛ ਨਹੀਂ। ਜੇ ਇਨਸਾਨ ਸਾਈਂ ਦੇ ਪਿਆਰ ਵਿੱਚ ਲੱਗ ਕੇ ਅੰਦਰ ਆਪਣੇ ਪਿਆਰ ਲੁਆ ਬੰਨ ਚੁੱਕਾ ਹੋਵੇ ਤਾਂ ਹਰ ਸ਼ੈ ਨੂੰ ਫੇਰ ਉਸ ਨੁਕਤੇ ਤੋਂ ਵੇਖਦਾ ਹੈ ਤੇ ਆਪ ਇੱਕ ਉਚੇਰੇ ਟਿਕਾਣੇ ਤੇ ਹੋਣ ਕਰਕੇ ਵਿਸ਼ਾਲ ਦ੍ਰਿਸ਼ਟੀ ਵਿੱਚ ਸਾਰੀਆਂ ਹੋਣੀਆਂ ਨੂੰ ਵੇਖਦਾ ਹੈ। ਇਹ ਵਿਸ਼ਾਲ ਦ੍ਰਿਸ਼ਟੀ ਕੁਝ ਐਸੀ ਤਬਦੀਲੀ ਕਰ ਦਿੰਦੀ ਹੈ ਕਿ ਜੀਵ ਪੀੜਾ ਦੀਆਂ ਹੋਣੀਆਂ ਨੂੰ ਵੀ ਫਿਰ ਕਿਸੇ ਪਹਿਲੂ ਵਿੱਚ ਲੈਂਦਾ ਹੈ। ਜਿਵੇਂ ਪ੍ਰਸੂਤਾ ਆਪਣੀ ਪ੍ਰਸੂਤ ਪੀੜਾ ਨੂੰ ਕਿਸੇ ਹੋਰ ਨੁਕਤਾ ਨਿਗਾਹ ਨਾਲ ਵੇਖਦੀ ਹੈ ਤੇ ਸੂਰਮਾ ਆਪਣੇ ਘਾਵਾਂ ਦੀ ਦਰਦ ਨੂੰ ਕਿਸੇ ਹੋਰ ਨੁਕਤਾ ਨਿਗਾਹ ਤੋਂ ਵੇਖਦਾ ਹੈ। ਨੁਕਤਾ ਨਿਗਾਹ ਦੇ ਬਦਲਿਆਂ ਐਤਨੇ ਫਰਕ ਪੈ ਜਾਂਦੇ ਹਨ ਤੇ ਇਸ ਦੇ ਵਿਸ਼ਾਲ ਹੋ ਗਿਆ ਤਾਂ ਫੇਰ ਹੋਰ ਫਰਕ ਪੈ ਜਾਂਦਾ ਹੈ। ਜ਼ਿੰਦਗੀ ਨੂੰ ਐਵੇਂ ਛੱਡਿਆਂ ਤਾਂ ਮਨ ਦੀਆਂ ਬਿਰਤੀਆਂ ਦੀ ਹਾਲਤ ਕੱਖਾਂ ਤੀਲੀਆਂ ਵਾਂਗੂ ਰਹਿੰਦੀ ਹੈ। ਜਿੱਧਰ ਦੇ ਬੁਲੇ ਆਏ ਉਧਰ ਲੈ ਗਏ, ਤੇ ਜੇ ਜ਼ਿੰਦਗੀ ਨੇ ਲੂਆ ਬਣ ਲਿਆ ਤੇ ਅੰਦਰ ਨਾਮ ਦਾ ਮੰਦਰ ਰਚ ਲਿਆ ਤਾਂ ਇਸ ਦੇ ਅੰਦਰ ਠਾਹਰ ਵੱਜ ਜਾਂਦੀ ਹੈ। ਜਿੱਥੇ ਦੁੱਖਾਂ ਦਰਦਾਂ ਵੇਲੇ ਜਾ ਵੜਦਾ ਹੈ ਤੇ ਇਸ ਦੇ ਠੰਡਾ ਪਾਉਣ ਵਾਲੇ ਅਸਰਾਂ ਨਾਲ ਸ਼ਾਂਤੀ ਵਰਤਦੀ ਹੈ। ਸਤਿਗੁਰੂ ਨੇ ਆਪਣੇ ਇਲਾਹੀ ਗਿਆਨ ਵਿੱਚ ਇਸ ਲੂਏ ਤੋਂ ਸਾਨੂੰ ਠੰਡਾ ਪਾਉਣ ਵਾਲੇ ਚੰਦਨ ਤੇ ਸੁਖ ਦੇਣ ਵਾਲੀਆਂ ਮਲਹਮਾਂ ਦਸੀਆਂ ਹਨ। ਇਸ ਜਗਤ ਨੂੰ ਕਰਤੇ ਦਾ ਖੇਲ ਦੱਸਿਆ ਹੈ ਤੇ ਜੀਵਾਂ ਦਾ ਇੱਥੇ ਹੋਣਾ ਉਹਨਾਂ ਦੀ ਉਨਤੀ ਹੋਣ ਅਰਥ ਆਖਿਆ ਹੈ ਤੇ ਪ੍ਰਯੋਜਨ ਇਹ ਦੱਸਿਆ ਹੈ ਕਿ ਅੰਤਰ ਆਤਮੇ ਆਪਣੇ ਆਪੇ ਦੇ ਨੁਕਤੇ ਤੇ ਖੜੋ ਕੇ ਜਗਤ ਦਾ ਆਧਾਰ, ਜਗਤ ਦੇ ਕੇਂਦਰ ਦੀ ਦ੍ਰਿਸ਼ਟਾ ਪੱਖ ਵਿੱਚ ਟੇਕ ਲੈ ਕੇ ਟਿਕ ਜਾਣਾ ਹੈ।
अर्थात एक नुक्ते तो जो आपे दा है, हौमै नहीं, खड़ो जाना है, ते वरतारे विच जगत दे जीवां नूं करता पुरख दे बच्चे बच्चियां समझ के सोहनी बुद्धि ते दरिया दिली नाल दुखां दर्दां वेले सहायता देना है। ਇਹ ਅਮਲੀ ਧਰਮ ਜੀਵਨ ਵਿੱਚ ਜਿਸ ਦਾ ਇੱਕ ਪੱਖ ਸਾਖੀ ਪੱਖ ਜਾਂ ਦ੍ਰਿਸ਼ਟਾ ਪਹਿਲੂ ਵਿੱਚ ਸਬਜੈਕਟਿਵ ਹੈ, ਜਿੱਥੇ ਕਿ ਇਸ ਦੇ ਆਪੇ ਨੂੰ ਟੇਕ ਮਿਲਦੀ ਹੈ, ਇਸ ਦੇ ਟਿਕ ਕੇ ਦੂਸਰਾ ਅਮਲੀ ਪੱਖ ਇਸ ਨੂੰ ਦ੍ਰਿਸ਼ਟਮਾਨ ਵਿੱਚ ਉਪਕਾਰ ਤੇ ਨੇਕੀ ਦਾ ਜੀਵਨ ਬਸਰ ਕਰਨ ਦਾ ਮਿਲਦਾ ਹੈ। ਇੱਕ ਆਪ ਆਪੇ ਤੇ ਟਿਕਦਾ ਹੈ ਤੇ ਟਿਕਾਊ ਬਣਦਾ ਹੈ, ਜ਼ਖਮਾਂ ਤੇ ਮੱਲਮ ਲਾਉਂਦਾ ਹੈ ਤੇ ਪੀੜਾ ਹਰਦਾ ਹੈ। ਇਸ ਅਮਲੀ ਧਰਮ ਤੇ ਟੁਰਿਆਂ ਫਿਰ ਦੁੱਖਾਂ ਦਰਦਾਂ ਵੇਲੇ ਸਤਿਗੁਰੂ ਆਖਦੇ ਹਨ, ਵਾਹਿਗੁਰੂ ਮਿੱਤਰ ਹੈ, ਉਸ ਦੇ ਕੱਲੇ ਦੁੱਖ ਸੁੱਖ ਤੇਰੇ ਕਿਸੇ ਭਲੇ ਲਈ ਹਨ। ਜੇ ਸਮਝ ਪੈਂਦੇ ਹਨ ਤਾਂ ਵਾਹ ਵਾਹ, ਨਹੀਂ ਪੈਂਦੇ ਤਾਂ ਵਾਹ ਵਾਹ। ਤੂੰ ਭਾਣੇ ਤੇ ਸਾਕਾਰ ਹੋਣਾ ਹੈ ਤੇ ਚਿੱਤ ਨੂੰ ਡੁਲਾਉਣਾ ਨਹੀਂ। ਚਿੱਤ ਤਾਂ ਦੀਪ ਸ਼ਿਖਾ ਦੀਵੇ ਦੀ ਲਾਟ ਵਾਂਗੂ ਡੋਲਦਾ ਹੀ ਹੈ, ਪਰ ਅਭਿਆਸੀ ਪੁਰਖ ਇਸ ਨੂੰ ਟਿਕਾਉਂਦਾ ਹੈ ਤੇ ਪ੍ਰਭੂ ਪਿਆਰ ਵਿੱਚ ਸਿੱਧਿਆਂ ਕਰਦਾ ਹੈ। ਕਿਉਂਕਿ ਦੁੱਖਾਂ ਦਰਦਾਂ ਦੀਆਂ ਲਹਿਰ ਪਛਾੜਾਂ ਬਾਜੇ ਵੇਲੇ ਟਿਕ ਰਹੇ ਮਨਾਂ ਨੂੰ ਉਸ ਉੱਚੇ ਲੂਏ ਤੋਂ ਡੇਗ ਜਾਂਦੀਆਂ ਹਨ, ਜਿਸ ਤੇ ਫੇਰ ਚੜ੍ਹਨਾ ਕਠਨ ਹੋ ਜਾਂਦਾ ਹੈ। ਇਸ ਲਈ ਮਨ ਨੂੰ ਕਿਸੇ ਲੂਏ ਤੇ ਟਿਕਾ ਲੈਣ ਵਾਲੇ ਹਰ ਦੁੱਖ ਦਰਦ ਵੇਲੇ ਪਹਿਲੇ ਇਸ ਫਿਕਰ ਵਿੱਚ ਲੱਗਦੇ ਹਨ, ਮਨ ਕਿਤੇ ਇਸ ਨੁਕਤੇ ਤੋਂ ਉਖੜ ਨਾ ਜਾਵੇ। ਇਸ ਯਤਨ ਵਿੱਚ ਗੁਰਬਾਣੀ ਸਭ ਤੋਂ ਵੱਧ ਕੇ ਸਹਾਇਤਾ ਕਰਦੀ ਹੈ। ਦੂਸਰੇ ਅੰਦਰ ਜੋ ਵਿਛੜੇ ਪਿਆਰੇ ਨਾਲ ਮੋਹ ਹੁੰਦਾ ਹੈ, ਉਸ ਨੂੰ ਸੁਖਦਾਇਕ ਪੈਂਦਾ ਹੈ ਤੇ ਅੰਦਰ ਗੱਡੀਆਂ ਤਣਾਵਾਂ ਉਸ ਦੀ ਸ਼ਖਸੀਅਤ ਵੱਲ ਧੂ ਖਾਂਦੀਆਂ ਹਨ। ਉਸ ਵੇਲੇ ਗੁਰਮਤ ਦੱਸਦੀ ਹੈ ਕਿ ਬੇਬਲ ਹੋ ਕੇ ਗਮ ਦੀਆਂ ਨਸ਼ਤਰਾਂ ਨੂੰ ਤ੍ਰਿਖਿਆ ਨਾ ਕਰੋ। ਉਸ ਚਿੱਤ ਦੀ ਦ੍ਰਿਵਣਤਾ ਦਾ ਲਾਭ ਉਠਾਓ, ਇੱਕ ਆਪਣੇ ਲਈ, ਇੱਕ ਵਿਛੜੇ ਪਿਆਰੇ ਲਈ। ਆਪਣੇ ਲਈ ਤਾਂ ਇਹ ਹੈ ਕਿ ਉਸ ਵੇਲੇ ਅਰਦਾਸ ਵਿੱਚ ਜਾਓ ਕਿ ਪਾਤਸ਼ਾਹ, ਅਸਾਂ ਆਪ ਤੋਂ ਵਿਛੜ ਕੇ ਦੁੱਖ ਪਾਏ ਹਨ, ਅਸਾਂ ਨੂੰ ਆਪਣੇ ਨਾਲ ਪਰੋ ਲਓ, ਸਾਨੂੰ ਤੁਸੀਂ ਸਦਾ ਥਿਰ ਦਿਸ ਪਾਓ ਤੇ ਤੁਸਾਂ ਨਾਲ ਪ੍ਰੇਮ ਗੜ ਜਾਵੇ। ਇਸ ਤਰ੍ਹਾਂ ਦੇ ਕੋਮਲ ਹੋਏ ਚਿੱਤ ਦੀ ਅਰਦਾਸ ਵਧੇਰਾ ਅਸਰ ਕਰਦੀ ਹੈ। ਟੁਰ ਗਏ ਪਿਆਰੇ ਲਈ ਇਸ ਪਿਆਰ ਦੀ ਖਿੱਚ ਦਾ ਇਹ ਲਾਭ ਉਠਾਓ ਕਿ ਉਸ ਦੇ ਗੁਣ ਤੇ ਮਨਮੋਹਨ ਗੱਲਾਂ ਯਾਦ ਕਰਦੇ ਨੈਣ ਫੁਹਾਰਿਆਂ ਨੂੰ ਨਦੀਆਂ ਦੇ ਸੋਮ ਨਾ ਬਣਾਓ। ਸਗੋਂ ਇਹ ਸੋਚੋ ਕਿ ਹੁਣ ਜਿਸ ਹਾਲ ਜਿਸ ਅਵਸਥਾ ਵਿੱਚ ਉਹ ਹੈ, ਅਸੀਂ ਉਸ ਲਈ ਕੀ ਕਰ ਸਕਦੇ ਹਾਂ। ਸੋ ਗੁਰਮਤ ਸਾਨੂੰ ਦੱਸਦੀ ਹੈ, ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ। ਸੋ ਗੁਰਬਾਣੀ ਦੇ ਪਾਠ ਤੇ ਕੀਰਤਨ ਦਾ ਮੰਡਲ ਰਚ ਦਈਏ। ਇਹ ਇੱਕ ਅਰਦਾਸ ਹੋਵੇਗੀ ਪ੍ਰਾਣੀ ਦੇ ਭਲੇ ਲਈ। ਅਰਦਾਸ ਭਾਵ ਪੂਰਕ ਗੈਬ ਦੀ ਵਸਤੂ ਹੈ, ਜਿਸ ਨੂੰ ਪਿਆਰ ਭਾਵ ਦੀ ਤੀਖਣਤਾ ਦੇ ਖੰਭ ਲੱਗ ਜਾਂਦੇ ਹਨ। ਇਹ ਹਰ ਮੰਡਲ ਨੂੰ ਚੀਰ ਕੇ ਦੂਰ ਤੋਂ ਦੂਰ ਟਿਕਾਣਿਆਂ ਤੇ ਪਹੁੰਚ ਰੱਖਦੀ ਹੈ। ਸੋ ਇਸ ਤਰ੍ਹਾਂ ਬਿਰਹੇ ਕਰਨੇ ਦੀ ਥਾਂ ਵਿਛੁੜੇ ਪਿਆਰੇ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਾਂ ਜਿਸ ਤਰ੍ਹਾਂ ਕਿ ਜਿਉਂਦਿਆਂ ਕਰਦੇ ਸਾਂ, ਅਰਥਾਤ ਪਾਠ ਤੇ ਅਰਦਾਸ। ਇਹ ਅਮਲੀ ਗੱਲਾਂ ਸਤਿਗੁਰਾਂ ਦੇ ਘਰ ਵਿੱਚ ਹਨ। ਤੁਸੀਂ ਗੁਰੂ ਦੀ ਟੇਕ ਵਾਲੇ ਹੋ, ਪਾਠ ਕਰ ਕਰਾ ਰਹੇ ਹੋ, ਸੁਣ ਰਹੇ ਤੇ ਲਾਭ ਉਠਾ ਰਹੇ।
इस पासे लगो। लक्ष्मी जी ते सारे परिवार नूं इसे पासे लाओ। असली ठंडा इसे पासे हन। सिदक दे बेड़े पार हन। सिदक ब्लाइंड फेथ नहीं, यह इकुर दी शाह है। जिकुर यूकलीड दे पाठक नूं पहला एक्सियोम मन के टुरना पैंदा है, नहीं तां उस विद्या नूं प्राप्त नहीं कर सकदा। वाहिगुरु है ते प्यार पुंज है। ये एक्सियोम वांगू अंदर बन के टुरीए तां फिर अगे चल के नाम अभ्यास द्वारा दिल नूं आधार मिलदा है ते मन विशाल हो जांदा है। फिर दृष्टा पख विच तजर्बे होण लग जांदे हन ते मन दे नुकता ख्याल बदलदे नजर पैंदे हन ते उन्हां नाल फिर चित अमली ते तजर्बे विच आ जाण वाला सुख प्रतीत करदा है। सो हुण उदास ना होवो। जे मन द्रवे तां अपनी कल्याण लई अपने आप उचियां करन लई अरदास विच लग जाओ। गर्भ कोर अंध ते काढो, प्रभ नानक नदर निहार। फिर अरदास करो, कहो नानक शरण दयाल गुर लेह मुग्ध उधारे। दे फेर नानक दीजै नामदान, राखो हीए परोए। ਇਹ ਦਾਨ ਮੰਗਦਿਆਂ ਮਨ ਦੀ ਦ੍ਰਿੜਤਾ ਸਫਲ ਹੋਵੇਗੀ ਤੇ ਵਾਹਿਗੁਰੂ ਦੇ ਸਿਮਰਨ ਦਾ ਰੌਂ ਸੁਖੈਣ ਫੁਰੇਗਾ। ਦੂਸਰੇ ਕਾਕੀ ਜੀ ਲਈ ਪਾਠ ਅਰਦਾਸ ਕੀਰਤਨ ਹੋਣ, ਜਿਨ੍ਹਾਂ ਨਾਲ ਉਸ ਨੂੰ ਸੁਖ ਮਿਲੇ ਤੇ ਸੁਣਨ ਵਾਲਿਆਂ ਨੂੰ ਲਾਭ ਆਪੜੇ। ਹੋ ਜੋ ਕੁਛ ਰਿਹਾ ਹੈ ਸਾਡੇ ਵੱਸੋਂ ਬਾਹਰ ਹੈ। ਅਸੀਂ ਸਾਰਾ ਮਨੁੱਖੀ ਜ਼ੋਰ ਲਾ ਲੈਂਦੇ ਹਾਂ, फिर भी होनहार हो जाता है। ताते जो वसो बाहर है उस लई मन नूं कष्ट देण दा की गुण। मन उचिया करके अपने जीवन नूं सफला करना चाहिए। विछुड़े प्यारे नूं कीर्तन दी प्यार भरी सुगात पहुंचाइए। गुरु आप दा ते परिवार दा इस विछोड़े विच सहाई होवे। दिल ਉੱਚਾ ਸੁੱਚਾ ਹੋਵੇ, ਸਾਈਂ ਦੀ ਯਾਦ ਨਾਲ ਪ੍ਰੋ ਹੋ ਜਾਏ। ਤੁਸਾਂ ਦੀ ਸਮਝ ਬੰਦਗੀ ਵਿੱਚ ਉੱਜਲ ਹੋਵੇ ਤੇ ਇਸ ਉੱਜਲ ਪਦਾਰਥ ਤੋਂ ਜਗਤ ਪੀੜਾ ਕੱਟਣ ਵਿੱਚ ਵੱਧ ਤੋਂ ਵੱਧ ਸਹਾਇਤਾ ਮਿਲੇ। ਕਲਗੀਆਂ ਵਾਲੇ ਨੇ ਸਾਨੂੰ ਕਰਮ ਵਿੱਚ ਨਿਸ਼ਕਰਮ ਕੀਤਾ ਹੈ। ਆਖਿਆ ਹੈ ਤਿਆਗ ਵਿੱਚ ਨਾ ਜਾਓ, ਕਰਮ ਕਰੋ ਤੇ ਫਿਰ ਕਰਦੇ ਹੋਏ अंदरों साईं नाल लगे रहो। यह अंदरों लगे रहना निष्कर्म होना है, अक्रय होना है। जुड़ जान दी अवस्था मानो एक अक्रय अवस्था है। नाम जपना इसका साधन है। जगत विच भला करना यह कर्म करना है। भला करके इस विच फल दी वासना त्यागनी यह कर्म दी सफलता है। गुरु सिक्खी सिदक भरोसा ते नाम बख्शे। वीर सिंह। 18 फरवरी 1930। प्यारे जीओ, पता लगा सी कि आप दे बुजुर्ग माता जी चलाना कर गए हन। आप सियाणे ते गुरमुख हों, पर मावां ठंडियां छावां दा विछोड़ा किसे उमरे भी सहारना उखेड़ा हुंदा है। मां दा प्यार जगत विच फिर होर किसे चश्मे तो मिल नहीं सकदा। पर हुक्म अजली ये है कि उपजन लई बिनसन ते बिनसन लई उपजन लाजमी ठहराए गए हन। इस करके इस नूं दिली खेड़े नाल चलना ते ऐं मनो मन समाउना चाहिए कि साडी मर्जी
रज़ा दी तार नालों बेसुरी ना होवे, जो साडे मन दा संगीत कदे बेसुरा होके ना वजे। साईं नाल मन दा एक सवर होए रहना ही जीवन दा आधार है। हाँ, इस तरह दी विछोड़िया वेले भुल असां ते पई होवे तां उसदा ओहला टुट के एक वेरी मन सच्चाई दे सामने बेनकाब जा खड़ोंदा है ते वेख लैंदा है कि जीवन दा अटल अंत यह है। ओह वेला ही हुंदा है कि जीवन दे प्रयोजन नूं समझे। प्राणी तू आया लाहा लैण, लगा कित कुफकड़े सब मुकदी चली रहन। ये समझ के सिमरन विच तकड़े होवो। सिमरन है जिस नाल वाहिगुरु जी दी होंद अंदर दृढ़ हुंदी है। सानू हर छिन पता है कि असी जिउंदे हां, असी हां, तिवें सिमरन नाल असी अंत इत्थे अपड़दे हां कि साईं है और साडी याद विच वस के साडे नेड़े तो नेड़े है। इस परथाएं दाता जी दा वाक है, जाकै हृदय विश्वास प्रभ आया, तत् ज्ञान तिस मन प्रगटाया। सो वाहिगुरु जी दे सिमरन विच रहो, भुल पवे तां दूर करो, सदा याद विच वसो। जो जीवन दा संगीत मन नूं सदा रंग विच रखे ते हुनहार ते वाकिया वापरे ते इलाही तार नाल मन एक सदा सवर रह के सुखी रहे। मेरी दिली हमदर्दी सारियां नाल है ते असीस है वाहिगुरु जी विछड़ी रूह ते रहमत दी छाया पावे ते सारियां नूं सिमरन दी डोर नाल चरना नाल लाई रखे। वीर सिंह। 13 फरवरी 1930। प्यारे जीओ, आप दा पत्र मैनू मिल गया सी। उस विच छपे हुए पत्रे तो सग्यात ना होण करके पहला तां मैं कुछ तज्जुब विच रहा। फिर भाई संत सिंह जी आ गए तां सारा थौ पै गया। आप दे बुजुर्ग पिता जी दे चलाने दा बहुत मंदा लगा कि आप नूं एक उस साए दा विछोड़ा होया है कि जिस ठंडी छां दी छावें होर कोई छां नहीं आ सकदी ते जिन्नी वडेरी ये छां हुंदी है उतनी ही संघनी मिठी ते ठंडी हुंदी है। परंतु जगत चलदी सरां है ते जो उपजिया है उसदा बिनसना उसदे होण दा दूसरा पहलू है ते अमर अटल है। इस करके उसनूं खिड़े दिल चलना साडा धर्म है। जद सतगुरु जी फरमाउंदे हन जो कुछ हुंदा है हुक्म है ते तिसका हुक्म बूझ सुख होए दी तुक विच सुख दा रस्ता दसदे हन। ऐसे विछोड़े नूं भी रजा समझ के अपनी मर्जी नूं उस नाल एक सवर रखना चाहिए जो अपने जीवन दा संगीत कदे बेसुरा ना होवे। असां भी उसे राहे टुरना है जिस राहे ओह गए हन, तां ते सानू भी अपनी ना तैयारी उत्ते शोक करना तां बनदा है, पर ओह शोक सदा तैयार रहन दी हिम्मत विच बदलना चाहिदा है। जिस वेले मैनू ये दसिया गया कि आप दे पिता जी नूं गुरसिੱਖੀ नाल प्यार बहुत ही सी, तां चित विच यह चाह उपजी कि आप नूं जिवें पंथ सेवा नाल प्यार सारी उम्र रहा है, हुण नाम नाल नेह लगे। जीवन दे बाकी बख्शे दिन साईं सिमरन विच गुजारो तां जो मनुखा जन्म
ਤੇ ਸਿੱਖ ਗ੍ਰਹਿ ਵਿੱਚ ਆਗਮਨ ਸਫਲ ਹੋ ਜਾਣ। ਮੇਰੀ ਦਿਲੀ ਹਮਦਰਦੀ ਸਾਰੇ ਪਰਿਵਾਰ ਨਾਲ ਹੈ ਤੇ ਅਸੀਸ ਹੈ ਕਿ ਮਿਹਰਾਂ ਦਾ ਦਾਤਾ ਤੁਸਾਂ ਨੂੰ ਨਾਮ ਦੀ ਦਾਤ ਬਖਸ਼ੇ ਤੇ ਆਪਣੇ ਹੋਰ ਨੇੜੇ ਕਰਕੇ ਲੋਕ ਵਿੱਚ ਗੁਰਮੁਖ ਜੀਵਨ ਦੀ ਦਾਤ ਦੇਵੇ। ਵੀਰ ਸਿੰਘ। 22 ਫਰਵਰੀ 1932। ਸ਼੍ਰੀਮਾਨ ਭਾਈ ਸਾਹਿਬ ਜੀ, ਮੈਨੂੰ ਸ਼੍ਰੀ ਅੰਮ੍ਰਿਤਸਰ ਜੀ ਤੋਂ ਭਾਈ ਇੰਦਰ ਸਿੰਘ ਜੀ ਦਾ ਖਤ ਆਇਆ ਹੈ, ਜਿਸ ਵਿੱਚ ਉਹਨਾਂ ਨੇ ਬੜੀ ਅਫਸੋਸਨਾਕ ਖਬਰ ਸ਼੍ਰੀਮਾਨ ਭਾਈ ਰਾਮ ਸਿੰਘ ਜੀ ਦੇ ਅਕਾਲ ਚਲਾਣੇ ਦੀ ਲਿਖੀ ਹੈ। ਭਾਈ राम सिंह जी बड़े गुरमुख सिंह से और बड़ा अच्छा सिक्खी जीवन बसर करते से। ऐसे गुरमुखां दा विछोड़ा बड़ा दुखदाई ते परिवार ते पंथ लई दुख दा कारण हुंदा है। इस वियोग विच आप दे परिवार नाल मेरी दिली हमदर्दी है। वाहिगुरु जी दी मेहर नाल आप गुरु के प्यारे हों। ऐसे विछोड़े बड़े दुखदाई हुंदे हन, पर यह सारा कुछ हुक्म विच वरतदा है। हुक्म करतार जी दा अटल है ते सच्चे पातशाह नूं वाहिगुरु जी नूं परम प्यारा मित्र मन, माता पिता रखवाला ते आसरा परना लिखिया है। जो कुछ मित्र वल्लों हुंदा है मिठा करके मनने दी आग्या है। असी भाणे दी चाल नहीं चल सकते, पर ओ दाता आप अंदर आके भाणे मिठे लवाउंदा है। नाम दे प्यारे ते गुरबाणी दे अभ्यासी गुरबाणी विच आसरा टोलदे हन कि उत्थे सच्चे पातशाह हुक्म करदे हन, बारंबार बार प्रभ जपिए पी अमृत एह मन तन त्रपिए। जो हुआ होवत सो जानै, प्रभ अपने का हुक्म पछानै। फिर लिखदे हन, तिसका हुक्म बूझ सुख होए। सो गुरसिੱਖੀ विच एहो आग्या है कि तेरा भाणा मीठा लागै, हर नाम पदारथ नानक मांगै। गुरु सच्चा पातशाह आप नूं घर सारे परिवार नूं भाणा मनन दी दात ते सिੱਖੀ सिदक बख्शे ते भाई राम सिंह जी दी आत्मा नूं अपने चरना कमलों दा निवास बख्श के अरशां दे सुख विच रखे। वीर सिंह। 1 जून 1932। प्यारे जीओ, प्यारे डॉक्टर प्रेम सिंह जी दे अकाल विछोड़े दी तार आप वल्लों पुज गई सी ते पत्र भी मिल गया सी। आस है मेरी भी पुज गई होसी। रोज चित चाहता रहा है कि आप सजना जोग पत्र लिखा, पर शरीर कुछ मस्ताना जिहा रहने करके लिख नहीं सकिया। गुरमुख सज्जन डॉक्टर प्रेम सिंह जी दा परिवार नूं विछोड़ा कोई निक्की जही गल नहीं, ते अपने रब्बी रों विच होया भी उस वेले है कि जदों सारे ही कारज सिरे चढ़न वाले सन। सारे परिवार नाल इस दर्द भरे हाल विच मेरी दिली हमदर्दी ते प्यार तुसां दे नाल है। इधर पंथ वल ख्याल कितियां आप दा विछोड़ा पंथ लई ना भरे जाण वाला घाटा है। सत्संग दा प्रवाह ते गुरसिੱਖੀ दे प्रचार दा सच्चा ते सुच्चा राह
जो आपने मरदान विच पिछले 25 वर्ष तो जारी किया होया सी, अपने आप विच अपनी ही नज़ीर सी। इड्डा प्यार वाला दिल, इड्डा साफ ते सच्चा दिल, ते इड्डे उमह वाला गुरसिੱਖੀ दे चाओ वाला दिल कदे कदे ही किते किते पैदा हुंदा है, जिस वेले कि आप दे पिछले मुद्दतां दे चाहे संकल्प कॉन्फ्रेंस दे दीदारे सरहद विच होण दे पूरे हो रहे से, आप दे इस तरह अचानक चलाने ने भारी विगोचे पाए सन, जो अकाल पुरख जी आप ही पूर्ण करन नू समर्थ है। सज्जन जीओ, जे असी परिवारक ते पंथक घाटियां वल तकीए तां निराशा ते उदासी ही उदासी है, परंतु जे गुरसिੱਖੀ वल ते प्यारे दे जीवन वल तकीए तां यह भाणा हुक्म विच वरतिया है ते सच्चे पातशाह दे किसे ऐसे मंतव ते वरतिया है जिस दे असी जानू नहीं, पर दाता आप जानू है। प्यारे दे जीवन दी पवित्रता ते गुरसिੱਖੀ प्रेम वाल तकिया कोई तौखला नहीं पैंदा कि आप दी आत्मा इस भाणे मगरों गुरु मेहर दी छत्र छाया तो कदे परे गई हो सी। ऐसे सोहने जीवन पर अरशां दे मालक दी मेहर ही मेहर वसनी चाहिए, ते गुरु मेहर करे वस रही है, ते ओ गुरु चरना विच सुख पा रहे हन। सानू उन्हां दे सोहने जीवन वाल तक गुरु जी दी मेहर ते भाव तकिया दृढ़ रखना चाहिदा है। हाँ, गुरु जी दी रहो रीति मुजब उन्हां लई गुरबाणी दा पाठ कीर्तन जाप जितना होवे थोड़ा है। सच्चे पातशाह गुरु अमरदास जी ने फरमाया सी, मैं पिछे कीर्तन करे हो निर्वाण जियो। एहो प्यार है जो हुण असी कर सकते हाँ, एहो अमरी सुगात है जो असी उस विछुड़े प्यारे नू भेज सकते हाँ, जिहड़े कम उछोड़ गए हन। वाहिगुरु जी हुण बरकत देन, जो बरखुरदार जी संभाल खड़ोन, उन्हां दे शुभ पूर्णिया पर टुरन, परिवार लई, माता जी लई, बीबी जी लई सहारा बनन। तुसी बच्चियां दे सिर ते हथ धरो ते गुरमुख खानदान गुरमुख बनिया रहे। सिੱਖੀ दा एक सोमा सदा सुरजीत रहे। वाहिगुरु जी साडे परम मित्र हन, ओही साडे प्रतिपालक ते सहाई हन। उन्हां दा ही हुक्म वरतदा है ते उन्हां दे टेक धारनी सुख दिंदी है। इसलिए सारे सज्जन गुरु दे हुक्म विच तेरा किया मीठा लागै, हर नाम पदारथ नानक मांगै, ते टुरो ते नाम बाणी टेक लैके दे लम्मी नदर निहालीए पर अमल करो। ये संसार चलनी सराह है, सब ने चलना है। इत्थे रह के एहो विचार चाहिए कि साडा हरदम साई नाल लग्या बीते। शाला साडी मालक नाल अंतर आत्मे कदी विथ ना पवे। एहो गुरसिੱਖੀ है, एहो जीवन है, एहो गुरमुखताई है। आप सारे सज्जन गुरसिੱਖੀ दे प्रेमी होवो। बाबा प्रेम सिंह जी वर्गे सज्जन ते गुरबाणी दी व्याख्या करन वाले मित्र आप दे पास हन। उन्हां दा प्यार आस है इस वेले परिवार दा भारी सहारा हो रहा हो सी। अरदास है कि गुरु महाराज बच्चियां दे सिर ते हथ धरे। समरथ गुरु सिर हथ धरियो। बच्चे अपने पिता जी दे नक्शे कदम ते उठन
ਤੇ ਪਰਿਵਾਰ ਸੁਖੀ ਤੇ ਸੁਹੇਲਾ ਰਹੇ। ਸੱਚਾ ਪਾਤਸ਼ਾਹ ਡਾਕਟਰ ਪ੍ਰੇਮ ਸਿੰਘ ਜੀ ਦੀ ਆਤਮਾ ਤੇ ਮਿਹਰ ਹੀ ਮਿਹਰ ਵਰਸਾਵੇ ਤੇ ਪਰਿਵਾਰ ਨੂੰ ਸਿੱਖੀ, ਸਿਦਕ, ਭਰੋਸਾ, ਆਰਥਕ ਤੇ ਪਰਮਾਰਥਕ ਸਾਰੇ ਸੁਖ ਦਾਨ ਕਰੇ। ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਬਿਨਾਂ ਸੰਕੋਚ ਲਿਖਣੀ। ਵੀਰ ਸਿੰਘ।